ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਗੁਰਵਿੰਦਰ ਸਰਸੀਨੀ ਦੁਆਰਾ ਲਿਖਿਆ ਗਿਆ ਨਾਵਲ ਮੰਦਭਾਗੀ ਕਰਮੂ ਦਾ ਦੂਜੇ ਵਿਆਹ ਦਾ ਭਾਗ 5ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਥਾਣੇਦਾਰ ਨੂੰ ਰਾਤ ਦੇ 2 ਵਜੇ ਫੋਨ ਮਿਲਾ ਦਿੱਤਾ। ਥਾਣੇਦਾਰ ਅੱਗੇ ਉਹ ਬੋਲਿਆ, ਕੀ ਲੜ ਗਿਆ ਤੇਰੇ? ਇੰਨੀ ਰਾਤ ਨੂੰ ਤੈਨੂੰ ਕੀ ਪੈ ਗਈ ਫੋਨ ਕਰਨ ਦੀ? ਸਾਲਾ ਕੋਈ 2 ਵਜੇ ਵੀ ਫੋਨ ਕਰਦਾ ਹੁੰਦਾ? ਦੱਸ ਹੁਣ ਜਲਦੀ ਜਲਦੀ, ਕਿੱਥੇ ਨੀਂਦ ਖਰਾਬ ਕਰੀਏ ਚਵਲ ਨੇ। ਥਾਣੇਦਾਰ ਉਹ ਗੁੱਸੇ ਵਿੱਚ ਪੁਲਿਸੀਏ ਨੂੰ ਇਹ ਗੱਲਾਂ ਕਹਿ ਰਿਹਾ ਸੀ। ਪੁਲਿਸੀਏ ਨੇ ਫਿਰ ਕਿਹਾ, ਸਾਹਿਬ ਜੀ, ਜਿੱਥੇ ਅਸੀਂ ਇਹਨਾਂ 2 ਮੁੰਡਿਆਂ ਨੂੰ ਰੱਖਿਆ ਹੋਇਆ ਹੈ ਉਹ ਥਾਂ ਬਿਲਕੁਲ ਸੁਰੱਖਿਅਤ ਨਹੀਂ ਹੈ। ਇਹਨਾਂ ਵਾਸਤੇ ਇਹ ਗੱਲ ਸੁਣਦੇ ਹੀ ਥਾਣੇਦਾਰ ਹੋਰ ਭੜਕ ਗਿਆ ਤੇ ਉਹ ਅੱਗ ਬਬੂਲਾ ਹੋ ਗਿਆ ਅਤੇ ਪੁਲਿਸੀਏ ਨੂੰ ਕਹਿੰਦਾ, ਜਿੱਥੇ ਤੇਰਾ ਮਗਜ ਕਰਦਾ ਉੱਥੇ ਰੱਖ ਲੈ, ਮੇਰਾ ਇਸ ਸਮੇਂ ਦਿਮਾਗ ਨਾ ਖਾ। ਪੁਲਿਸੀਆ ਇਹ ਗੱਲ ਸੁਣਦੇ ਹੀ ਆਖਣ ਲੱਗਾ ਕਿ ਠੀਕ ਹੈ ਸਾਹਿਬ ਜੀ, ਚੰਗਾ ਫਿਰ ਮੈਂ ਆਪਣੇ ਆਪ ਦੇਖ ਲੈਣਾ ਇਹਨਾਂ ਨੂੰ। ਇਹ ਗੱਲ ਸੁਣਦੇ ਹੀ ਪੁਲਿਸੀ ਨੇ ਆਪਣੀ ਜੇਬ ਵਿੱਚੋਂ ਜਿੰਦਰੇ ਦੀ ਚਾਬੀ ਕੱਢੀ ਤੇ ਜਲਦੀ ਜਿੰਦਰਾ ਖੋਲ ਕੇ ਦੋਨਾਂ ਨੂੰ ਕਾਲ ਕੋਠੜੀ ਤੋਂ ਬਾਹਰ ਕੱਢ ਲਿਆ। ਜਦੋਂ ਉਹ ਦੋਵੇਂ ਕਾਲ ਕੋਠੜੀ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੇ ਇੱਕ ਲੰਬਾ ਸਾਹ ਲਿਆ। ਪੁਲਿਸੀਏ ਦਾ ਬਹੁਤ ਧੰਨਵਾਦ ਕਰਦੇ ਹੋਏ ਨਹੀਂ ਥੱਕ ਰਹੇ ਸੀ। ਫਿਰ ਪੁਲਿਸੀਏ ਨੇ ਉਹਨਾਂ ਦੋਹਾਂ ਨੂੰ ਰਾਤੋਂ ਰਾਤ ਇੱਕ ਸੁਰੱਖਿਅਤ ਜੇਲ੍ਹ ਵਿੱਚ ਬਿਠਾ ਦਿੱਤਾ ਤੇ ਫਿਰ ਦਰਾਜ਼ ਵਿੱਚ ਪਏ ਹੋਏ ਨੂਰ ਦੇ ਫੋਨ ਵਿੱਚ ਘੰਟੀ ਵੱਜਣ ਲੱਗ ਪੈਂਦੀ ਹੈ। ਫਿਰ ਨੂਰ ਦੇ ਫੋਨ ਉੱਤੇ ਘੰਟੀ ਵੱਜਦੀ ਆ ਅਤੇ ਜਦੋਂ ਪੁਲਿਸੀਆ ਦਰਾਜ਼ ਨੂੰ ਖੋਲ੍ਹ ਕੇ ਵੇਖਦਾ ਹੈ ਤਾਂ ਉਦੋਂ ਨੂਰ ਦੀ ਮਾਂ ਦਾ ਫੋਨ ਆ ਰਿਹਾ ਹੁੰਦਾ ਹੈ ਤੇ ਪੁਲਿਸੀਆ ਦੂਰ ਤੋਂ ਨੂਰ ਨੂੰ ਕਹਿੰਦਾ ਹੈ ਕਿ ਲੱਗਦਾ ਹੈ ਤੇਰੀ ਮਾਂ ਦਾ ਫੋਨ ਆ ਰਿਹਾ ਹੈ। ਨੂਰ ਕਹਿੰਦਾ ਹੈ, ਜਿੱਥੋਂ ਫੋਨ ਚੁੱਕਿਆ ਭਰਾਵਾ ਉੱਥੇ ਹੀ ਰੱਖ ਦੇ, ਕਿਉਂਕਿ ਤੂੰ ਮੈਨੂੰ ਇਹ ਫੋਨ ਦੇਣਾ ਤਾਂ ਹੈ ਨਹੀਂ, ਫਿਰ ਮੈਂ ਤੇਰੇ ਹਾੜੇ ਕੱਢ ਕੇ ਵੀ ਕੀ ਕਰਾਂਗਾ। ਜਦੋਂ ਇਹ ਗੱਲ ਪੁਲਿਸੀਆ ਸੁਣਦਾ ਹੈ ਉਹ ਇੱਕ ਸ਼ਰਤ ਰੱਖਦਾ ਹੈ ਕਿ ਮੈਂ ਤੁਹਾਨੂੰ ਫੋਨ ਤਾਂ ਦੇਵਾਂਗਾ ਜੇਕਰ ਤੁਸੀਂ ਕੋਈ ਉਲਟੀ ਸਿੱਧੀ ਗੱਲ ਆਪਣੀ ਮਾਂ ਨੂੰ ਨਾ ਕਹੋ ਕਿ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਜੇਲ੍ਹ ਵਿੱਚ ਕੀਤਾ ਗਿਆ ਹੈ, ਜਿਵੇਂ ਤੁਹਾਨੂੰ ਕਾਲ ਕੋਠੜੀ ਵਿੱਚ ਰੱਖਿਆ ਗਿਆ ਸੀ, ਇਤਿਆਦ ਕੁਝ ਵੀ ਤੇ ਨਹੀਂ ਤੁਸੀਂ ਦੱਸਣਾ ਆਪਣੀ ਮਾਂ ਨੂੰ। ਸੁਣ ਗਿਆ ਚੰਗੀ ਤਰ੍ਹਾਂ? ਨੂਰ ਨੇ ਆਪਣਾ ਮੂੰਹ ਹੋਰ ਤਰ੍ਹਾਂ ਜਿਹਾ ਕਰਕੇ ਇੱਕ ਪਾਸੇ ਨੂੰ ਕਰ ਲਿਆ। ਪੁਲਿਸੀਏ ਦੇ ਹੱਥ ਵਿੱਚ ਇੱਕ ਲੰਬੀ ਬੰਦੂਕ ਸੀ ਤੇ ਬੰਦੂਕ ਨੂੰ ਉਹਨਾਂ ਵੱਲ ਤਾਣ ਕੇ ਕਹਿੰਦਾ, ਹਾਂ ਮੁੰਡਿਓ, ਤੁਸੀਂ ਸ਼ੁਕਰ ਮਨਾਓ ਕਿ ਮੈਂ ਤੁਹਾਨੂੰ ਉਸ ਕਾਲ ਕੋਠੜੀ ਵਿੱਚੋਂ ਕੱਢ ਲਿਆ ਆ, ਨਹੀਂ ਤਾਂ ਅੱਜ ਰਾਤ ਤੁਹਾਡੀ ਆਖਰੀ ਰਾਤ ਹੀ ਸੀ। ਇਹ ਗੱਲ ਸੁਣ ਕੇ ਨੂਰ ਥੋੜਾ ਜਿਹਾ ਹਲੀਮੀ ਵਿੱਚ ਆ ਗਿਆ ਤੇ ਕਹਿਣ ਲੱਗਾ, ਠੀਕ ਆ ਬਾਈ, ਜਿੱਦਾਂ ਤੇਰੀ ਮਰਜ਼ੀ ਯਾਰਾ। ਫਿਰ ਪੁਲਿਸੀਏ ਨੇ ਫੋਨ ਨੂਰ ਨੂੰ ਦੇ ਦਿੱਤਾ ਅਤੇ ਨੂਰ ਨੇ ਸਭ ਤੋਂ ਪਹਿਲਾਂ ਫੋਨ ਆਪਣੀ ਮਾਂ ਨੂੰ ਕਰਕੇ ਦੱਸਿਆ ਕਿ ਮਾਂ ਤੂੰ ਸਾਡੀ ਚਿੰਤਾ ਨਾ ਕਰ, ਅਸੀਂ ਬਿਲਕੁਲ ਸਹੀ ਹਾਂ। ਪਰ ਮਾਂ ਨੇ ਫਿਰ ਪੁੱਛਿਆ, ਪੁੱਤ ਤੁਸੀਂ ਰਾਤ ਨੂੰ ਅੱਜ ਘਰ ਕਿਉਂ ਨਹੀਂ ਆਏ? ਨੂਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁਲਿਸੀਆ ਸਾਹਮਣੇ ਵੇਖ ਰਿਹਾ ਸੀ ਤੇ ਨੂਰ ਨੂੰ ਲਗਾਤਾਰ ਘੂਰੀ ਵੱਟ ਰਿਹਾ ਸੀ ਕਿ ਕੋਈ ਗਲਤ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਹਸ਼ਰ ਫਿਰ ਤੋਂ ਦੁਬਾਰਾ ਕਾਲ ਕੋਠੜੀ ਵਾਲਾ ਹੋ ਜਾਵੇਗਾ। ਤਾਂ ਫਿਰ ਨੂਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਥਾਣੇ ਵਿੱਚ ਸਾਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ, ਇਸ ਲਈ ਅਸੀਂ ਇੱਥੇ ਵੀ ਰਾਤ ਰੁਕੇ ਹੋਏ ਹਾਂ। ਮਾਂ ਪੁੱਛਦੀ, ਪਰ ਤੁਹਾਨੂੰ ਖਾਣ ਪੀਣ ਤੇ ਪੈਣ ਨੂੰ ਸਭ ਕੁਝ ਮਿਲ ਗਿਆ ਸੀ? ਉਸ ਦੀਆਂ ਅੱਖਾਂ ਭਰ ਆਈਆਂ, ਹੰਝੂ ਅੱਖਾਂ ਵਿੱਚੋਂ ਨਿਕਲ ਕੇ ਛਾਤੀ ਵੱਲ ਨੂੰ ਜਾ ਰਹੇ ਸੀ ਤੇ ਬੋਲਣਾ ਰੁਕ ਗਿਆ ਸੀ। ਥੋੜਾ ਰੋ ਕੇ, ਜਿਗਰਾ ਪੱਕਾ ਕਰਕੇ, ਗਲ ਵਾਲਾ ਥੁੱਕ ਅੰਦਰ ਨਿਗਾਰ ਕੇ ਹੌਸਲਾ ਜਿਹਾ ਕਰਕੇ ਬੋਲਿਆ, ਮਾਂ ਸਭ ਕੁਝ ਮਿਲ ਗਿਆ ਸੀ, ਤੂੰ ਚਿੰਤਾ ਨਾ ਕਰ, ਅਸੀਂ ਬਿਲਕੁਲ ਠੀਕ ਹਾਂ, ਅਸੀਂ ਤੈਨੂੰ ਜਲਦੀ ਹੀ ਮਿਲਦੇ ਹਾਂ। ਇਹ ਕਹਿੰਦਾ ਹੋਇਆ ਨੂਰ ਆਪਣੀ ਮਾਂ ਦਾ ਫੋਨ ਝੱਟ ਕੱਟ ਦਿੰਦਾ ਹੈ ਤੇ ਆਪਣੀਆਂ ਅੱਖਾਂ ਪੂੰਝਦੇ ਹੋਏ ਸਾਹਮਣੇ ਖੜੇ ਹੋਏ ਪੁਲਿਸੀਏ ਨੂੰ ਫੋਨ ਫੜਾ ਦਿੰਦਾ ਹੈ। ਨੂਰ ਦਾ ਦੋਸਤ ਹੁਣ ਕਰਨ ਬਹੁਤ ਡਰ ਚੁੱਕਿਆ ਸੀ। ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਦੁਬਾਰਾ ਤੋਂ ਉਸ ਨਰਕ ਵਿੱਚ ਜਾਈਏ। ਪਤਾ ਨਹੀਂ ਕਿਵੇਂ ਉਸ ਰੱਬ ਨੇ ਸਾਨੂੰ ਉਸ ਅੰਦਰੋਂ ਨਰਕ ਵਿੱਚੋਂ ਕੱਢ ਲਿਆ। ਕਰਨ ਨੂਰ ਨੂੰ ਕਹਿ ਰਿਹਾ ਸੀ, ਬਈ ਮੈਂ ਆਪਣੀ ਜਿਉਂਦੀ ਜਾਗਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਧਰਤੀ ਉੱਤੇ ਨਰਕ ਵੇਖਿਆ। ਉਸ ਕਾਲ ਕੋਠੜੀ ਦਾ ਦ੍ਰਿਸ਼ ਹਜੇ ਵੀ ਕਰਨ ਦੀਆਂ ਅੱਖਾਂ ਤੋਂ ਸਾਹਮਣੇ ਨਹੀਂ ਸੀ ਹੋ ਰਿਹਾ। ਉਧਰ ਨੂਰ ਦੇ ਮਾਮਾ ਜੀ ਦੀ ਸਖਤ ਡਿਊਟੀ ਲੱਗ ਗਈ ਸੀ, ਜੋ ਕਿ ਉਹਨਾਂ ਤੱਕ ਪਹੁੰਚ ਵੀ ਨਹੀਂ ਪਾਇਆ। ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਆਪਣੀ ਭਾਂਜੇ ਨੂੰ ਜੇਲ੍ਹ ਵਿੱਚੋਂ ਕਢਵਾ ਲਵਾਂ, ਪਰ ਡੀਸੀ ਦੇ ਹੁਕਮ ਅੱਗੇ ਕੋਈ ਪੇਸ਼ ਨਹੀਂ ਚੱਲ ਰਹੀ। ਸਵੇਰ ਦਾ ਸਮਾਂ ਹੋਇਆ। ਨੂਰ ਤੇ ਕਰਨ ਕੰਨ ਦੀ ਟੇਕ ਲਗਾ ਕੇ ਆਰਾਮ ਨਾਲ ਸੋ ਰਹੇ ਸੀ, ਕਿਉਂਕਿ ਰਾਤ ਮੱਛਰਾਂ ਅਤੇ ਸੱਪਾਂ ਨੇ ਜਾਨ ਲੈਣੀ ਕਰ ਰੱਖੀ ਸੀ। ਅਚਾਨਕ ਹੀ ਥਾਣੇਦਾਰ ਦੇ ਬੂਟਾਂ ਦੀ ਆਵਾਜ਼ ਆਉਣੀ ਸ਼ੁਰੂ ਹੋਈ। ਖੜ ਖੜ
ਖੜ-ਖੜ। ਉਹ ਵਿਚਾਰੇ ਇੰਨੇ ਥੱਕੇ ਹੋਏ ਸੀ ਕਿ ਉਹ ਉਸਦੇ ਬੂਟਾਂ ਦੀ ਆਵਾਜ਼ ਨੂੰ ਹੀ ਨਹੀਂ ਸੁਣ ਸਕੇ। ਥਾਣੇਦਾਰ ਨੇ ਪੁਲਿਸੀਏ ਨੂੰ ਕਹਿ ਦਿੱਤਾ ਕਿ ਜਿੱਥੇ ਉਹਨਾਂ ਦੋਨਾਂ ਨੂੰ ਰੱਖਿਆ ਹੈ, ਚਾਬੀ ਕਿੱਥੇ ਆ ਉਸ ਜੇਲ੍ਹ ਦੀ। ਜਦੋਂ ਗੁੱਸੇ ਭਰੀ ਆਵਾਜ਼ ਪੁਲਿਸੀਏ ਨੇ ਥਾਣੇਦਾਰ ਦੇ ਮੂੰਹੋਂ ਸੁਣੀ ਤਾਂ ਉਸਨੇ ਝੱਟ ਕੱਢ ਕੇ ਚਾਬੀ ਅੱਗੇ ਰੱਖ ਦਿੱਤੀ ਤੇ ਥਾਣੇਦਾਰ ਨੇ ਕਿਹਾ, ਸਿੱਧਾ ਜਾ ਕੇ ਜੇਲ੍ਹ ਦਾ ਜਿੰਦਰਾ ਖੋਲ, ਮੈਂ ਤੇਰੇ ਪਿੱਛੇ ਆ ਰਿਹਾ। ਥਾਣੇਦਾਰ ਇੰਨਾ ਗੁੱਸੇ ਵਿੱਚ ਕਿਉਂ ਸੀ? ਕਿਉਂਕਿ ਕਰਨ ਤੇ ਨੂਰ ਦੇ ਦੋਸਤ ਜੋ ਉਹਨਾਂ ਨਾਲ ਸ਼ਿਮਲਾ ਘੁੰਮਣ ਗਏ ਸੀ ਤੇ ਰਾਹ ਵਿੱਚ ਆਉਂਦੇ ਹੋਏ ਮਾਰੇ ਗਏ, ਉਹਨਾਂ ਦੇ ਘਰਦਿਆਂ ਨੇ ਕਾਫੀ ਸਾਰਾ ਪੈਸਾ ਥਾਣੇਦਾਰ ਨੂੰ ਦੇ ਦਿੱਤਾ ਸੀ ਕਿ ਜਿੱਦਾਂ ਵੀ ਕਰ, ਪਰ ਇਹਨਾਂ ਦੋਵਾਂ ਦੇ ਹੱਥ ਪੈਰ ਸਹੀ ਸਲਾਮਤ ਨਹੀਂ ਰਹਿਣੇ ਚਾਹੀਦੇ। ਪੁਲਿਸੀਏ ਨੇ ਜਾ ਕੇ ਸਿੱਧਾ ਜਿੰਦਰਾ ਖੋਲ ਦਿੱਤਾ ਤੇ ਥਾਣੇਦਾਰ ਨੇ ਆਪਣੇ ਲੱਕ ਉੱਤੋਂ ਬੈਲਟ ਉਤਾਰ ਕੇ ਆਪਣੇ ਹੱਥ ਉੱਤੇ ਲਪੇਟ ਲਈ ਤੇ ਦੂਜੇ ਹੱਥ ਵਿੱਚ ਉਸਨੇ ਬਾਂਸ ਦਾ ਮੋਟਾ ਡੰਡਾ ਫੜ ਲਿਆ। ਫਿਰ ਥਾਣੇਦਾਰ ਲੱਗ ਪਿਆ ਨੂਰ ਨੂੰ ਝੋਟੇ ਵਾਂਗ ਕੁੱਟਣ। ਨੂਰ ਜ਼ੋਰ-ਜ਼ੋਰ ਕੇ ਹਾਕਾਂ ਮਾਰਦਾ ਰਿਹਾ ਪੁਲਿਸੀਏ ਨੂੰ, ਭਰਾਵਾ ਬਚਾ ਲਾ, ਭਰਾਵਾ ਬਚਾ ਲਾ, ਹਾੜੇ ਜਿਹੇ ਕੱਢਦਾ ਰਿਹਾ, ਪਰ ਥਾਣੇਦਾਰ ਨੇ ਇੱਕ ਨਾ ਸੁਣੀ। ਨੂਰ ਤੇ ਜਿੱਥੇ ਵੀ ਲੱਗ ਰਹੀ ਸੀ ਉੱਥੇ ਡੰਡੇ ਮਾਰੀ ਗਿਆ। ਕਰਨ ਆਪਣੇ ਦੋਸਤ ਨੂੰ ਬਚਾਉਣ ਵਾਸਤੇ ਗਿਆ ਤਾਂ ਥਾਣੇਦਾਰ ਨੇ ਖਿੱਚ ਕੇ ਥੱਪੜ ਉਹਦੇ ਮੂੰਹ ਤੇ ਮਾਰਿਆ। ਕਰਨ ਵਿਚਾਰਾ ਦੁਬਾਰਾ ਫਿਰ ਬਚਾਉਣ ਗਿਆ, ਪਰ ਫਿਰ ਥਾਣੇਦਾਰ ਨੇ ਪੁਲਿਸੀਏ ਵੱਲ ਅੱਖਾਂ ਕੱਢਦੇ ਹੋਏ ਕਿਹਾ, ਓਏ ਸਾਲਿਆ, ਤੈਨੂੰ ਦਿਸਦਾ ਨਹੀਂ ਫੜੇ ਆਪਣੇ ਪਿਓ ਨੂੰ? ਵਾਰ-ਵਾਰ ਮੈਨੂੰ ਤੰਗ ਕਰੀ ਜਾਂਦਾ, ਤੇਰੀਆਂ ਅੱਖਾਂ ਫੁੱਟ ਰਹੀਆਂ ਨੇ, ਤੈਨੂੰ ਦਿਸਦਾ ਨਹੀਂ? ਪਰ ਪੁਲਿਸੀਆ ਨਾ ਚਾਹੁੰਦਾ ਹੋਇਆ ਵੀ ਕਰਨ ਨੂੰ ਦੋਵੇਂ ਬਾਹਾਂ ਤੋਂ ਫੜ ਕੇ ਪਿੱਛੇ ਘੜੀਸਦਾ ਹੋਇਆ ਲੈ ਗਿਆ। ਥਾਣੇਦਾਰ ਉਦੋਂ ਤੱਕ ਨੂਰ ਨੂੰ ਕੁੱਟਦਾ ਰਿਹਾ ਜਦੋਂ ਤੱਕ ਉਹ ਖੁਦ ਥੱਕ ਨਹੀਂ ਗਿਆ। ਨੂਰ ਦਾ ਹਾਲ ਹੁਣ ਦੱਸਣ ਜੋਗਾ ਨਹੀਂ ਰਿਹਾ। ਨੂਰ ਵਿਚਾਰਾ ਬਿਲਕੁਲ ਕੰਧ ਨਾਲ ਟੇਕ ਲਗਾ ਕੇ, ਗਰਦਨ ਢਿੱਲੀ ਤੇ ਟੇਢੀ ਕਰਕੇ, ਲੱਤਾਂ ਬਿਲਕੁਲ ਸਿੱਧੀਆਂ ਤੇ ਬਹੁਤ ਜ਼ਿਆਦਾ ਬੇਹਾਲ ਹੋ ਚੁੱਕਿਆ ਸੀ। ਨੂਰ ਦੀਆਂ ਅੱਖਾਂ ਸੁੱਜ ਕੇ ਕਾਲੀਆਂ ਹੋ ਚੁੱਕੀਆਂ ਸਨ। ਨੂਰ ਦੇ ਵਾਲ ਖੁੱਲ੍ਹ ਚੁੱਕੇ ਸਨ ਤੇ ਜਿਹੜਾ ਪਰਨਾ ਉਸਨੇ ਬੰਨ੍ਹਿਆ ਹੋਇਆ ਸੀ ਉਹ ਜੇਲ੍ਹ ਦੇ ਸਰੀਏ ਦੇ ਨੇੜੇ ਖਿਲਰਿਆ ਪਿਆ ਸੀ। ਸਿਰ ਦੇ ਵਿੱਚ ਮੱਥੇ ਦੇ ਬਿਲਕੁਲ ਵਿਚਕਾਰ ਦੀ ਹੋ ਕੇ ਲਹੂ ਦੀ ਇੱਕ ਛੋਟੀ ਜਿਹੀ ਧਾਰ ਵਗਣ ਲੱਗ ਪਈ। ਲੱਤਾਂ ਦੀਆਂ ਪਿੰਨੀਆਂ ਸੁੱਜ ਕੇ ਮੋਟੀਆਂ ਹੋ ਚੁੱਕੀਆਂ ਸਨ ਤੇ ਗੋਡਿਆਂ ਦੀਆਂ ਚੱਪਣੀਆਂ ਵਿੱਚੋਂ ਵੀ ਥੋੜਾ ਗੇਰੂ ਰੰਗ ਵਰਗਾ ਖੂਨ ਬਾਹਰ ਆ ਗਿਆ ਸੀ। ਕਰਨ ਨੇੜੇ ਬੈਠਿਆਂ ਆਪਣੀਆਂ ਅੱਖਾਂ ਵਿੱਚ ਹੰਝੂ ਆਉਂਦਿਆਂ ਨੂੰ ਸੰਭਾਲ ਨਾ ਰਿਹਾ ਸੀ। ਕਰਨ ਨੇ ਕਿਹਾ, ਬਾਈ, ਜੇ ਮੇਰੇ ਵੱਸ ਹੁੰਦਾ ਤਾਂ ਮੈਂ ਤੇਰੇ ਇੱਕ ਖਰੋਚ ਵੀ ਨਹੀਂ ਆਉਣ ਦਿੰਦਾ। ਇਹ ਸਾਲਾ ਕਿੰਨਾ ਮਾੜਾ ਬੰਦਾ ਨਿਕਲਿਆ ਥਾਣੇਦਾਰ। ਡੰਡੇ ਮਾਰਦੇ ਹੋਏ ਭੋਰਾ ਵੀ ਤਰਸ ਨਹੀਂ ਆਇਆ। ਤੇ ਦੂਜੇ ਪਾਸੇ ਕਰਮੋ ਦਾ ਫੋਨ ਨੂਰ ਦੀ ਮਾਂ ਕੋਲ ਆ ਗਿਆ ਤੇ ਨੂਰ ਦੀ ਮਾਂ ਨੇ ਸਾਰਾ ਕੁਝ ਕਰਮੋ ਨੂੰ ਦੱਸ ਦਿੱਤਾ ਕਿ ਨੂਰ ਤੇ ਕਰਨ ਨੂੰ ਪਰਸੋਂ ਥਾਣੇ ਵਿੱਚ ਬੁਲਾਇਆ ਗਿਆ ਸੀ ਤੇ ਮੈਂ ਕੱਲ ਰਾਤ ਨੂਰ ਨੂੰ ਫੋਨ ਕਰਕੇ ਪੁੱਛਿਆ ਵੀ ਸੀ ਕਿ ਪੁੱਤ ਕੀ ਗੱਲ ਹੋ ਗਈ, ਤੂੰ ਅਜੇ ਤੱਕ ਘਰ ਵਾਪਸ ਕਿਉਂ ਨਹੀਂ ਮੁੜਿਆ? ਤੇ ਅੱਜ ਤੀਜਾ ਦਿਨ ਚੜਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਉਸਨੇ ਆਪਣਾ ਮੋਬਾਈਲ ਵੀ ਸਾਇਲੈਂਟ ਮੋਡ ਉੱਤੇ ਲਾਇਆ ਹੋਇਆ ਹੈ। ਇਸ ਕਰਕੇ ਜਦੋਂ ਮੈਂ ਇੱਧਰੋਂ ਫੋਨ ਮਿਲਾਉਂਦੀ ਹਾਂ ਤਾਂ ਉਸਦੇ ਫੋਨ ਉੱਪਰ ਇਕੱਲੀ ਘੰਟੀ ਹੀ ਜਾਂਦੀ ਆ ਤੇ ਕੋਈ ਚੁੱਕਦਾ ਹੀ ਨਹੀਂ। ਪੁੱਤਰ ਕਰਮੋ, ਮੈਂ ਘਰ ਨੂੰ ਛੱਡ ਕੇ ਨਹੀਂ ਜਾ ਸਕਦੀ ਹਾਂ, ਪਰ ਨੂਰ ਨੇ ਮੈਨੂੰ ਇੰਨਾ ਕਿਹਾ ਸੀ ਫੋਨ ਉੱਤੇ ਕਿ ਤੁਸੀਂ ਫਿਕਰ ਨਾ ਕਰੋ, ਮੈਂ ਬਿਲਕੁਲ ਠੀਕ ਹਾਂ। ਇਸ ਕਰਕੇ ਮੈਨੂੰ ਹੌਸਲਾ ਜਿਹਾ ਆ ਗਿਆ ਸੀ ਕਿ ਚਲੋ ਮਾੜੀ ਮੋਟੀ ਤਫਤੀਸ਼ ਕਰਨੀ ਹੋਣੀ ਆ, ਪੁਲਿਸ ਨੇ ਆਪਣੇ ਆਪ ਉਹਨਾਂ ਨੂੰ ਛੱਡ ਦੇਵੇਗੀ। ਪਰ ਕਰਮੋ ਉਹ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਚੁਕੰਨੀ ਸੀ ਤੇ ਝੱਟ ਕਰਮੋ ਨੇ ਨੂਰ ਨੂੰ ਫੋਨ ਮਿਲਾ ਲਿਆ ਤੇ ਬਿਲਕੁਲ ਉੱਦਾਂ ਹੀ ਹੋਇਆ ਜਿਸ ਤਰ੍ਹਾਂ ਕਰਮੋ ਸੋਚ ਰਹੀ ਸੀ। ਕਿਸੇ ਨੇ ਵੀ ਕਰਮੋ ਦਾ ਫੋਨ ਨਹੀਂ ਚੁੱਕਿਆ। ਹਾਲੇ ਕਰਮੋ ਕੁਝ ਦਿਨ ਪਹਿਲਾਂ ਆਪਣੀ ਮਾਂ ਦਾ ਸੰਸਕਾਰ ਕਰਕੇ ਹਟੀ ਸੀ ਤੇ ਉੱਪਰੋਂ ਉਸ ਨੂੰ ਇੱਕ ਹੋਰ ਫਿਕਰ ਆ ਖੜੀ ਹੋਈ। ਝੱਟ ਕਰਮੋ ਨੇ ਆਪਣੇ ਭਰਾ ਨੂੰ ਕਿਹਾ, ਵੀਰਿਆ ਜਲਦੀ ਕਰ, ਮੋਟਰਸਾਈਕਲ ਚੁੱਕ, ਅਸੀਂ ਕਿਤੇ ਜਾਣਾ ਹੈ। ਕਰਮੋ ਦਾ ਭਰਾ ਕਰਮੋ ਨੂੰ ਪੁੱਛਣ ਲੱਗਿਆ, ਇੰਨੀ ਵੀ ਕਿਹੜੀ ਕਾਹਲੀ ਹੋ ਗਈ ਕਿ ਤੂੰ ਇੰਨੀ ਚਿੰਤਾ ਵਿੱਚ ਆ ਕੇ ਮੈਨੂੰ ਕਹਿਣ ਲੱਗ ਪਈ? ਵੀਰੇ ਤੈਨੂੰ ਨਹੀਂ ਪਤਾ, ਨੂਰ ਨੂੰ ਤੀਜਾ ਦਿਨ ਚੜ ਗਿਆ ਹੈ, ਉਹ ਆਪਣੇ ਪਿੰਡ ਨੂੰ ਲੱਗਦੇ ਥਾਣੇ ਵਿੱਚੋਂ ਨਹੀਂ ਮੁੜਿਆ। ਵੀਰਿਆ ਮੈਨੂੰ ਤਾਂ ਫਿਕਰ ਅੰਦਰੋਂ ਅੰਦਰ ਹੀ ਖਾਈ ਜਾਂਦੇ ਆ, ਪਤਾ ਨਹੀਂ ਨੂਰ ਦਾ ਕੀ ਹਾਲ ਹੋਣਾ ਉੱਥੇ। ਕਰਮੋ ਦਾ ਭਰਾ ਕਰਮੋ ਨੂੰ ਕਹਿਣ ਲੱਗਾ, ਤੂੰ ਜਲਦੀ ਕਰ ਭੈਣੇ, ਜਿਹੜਾ ਸਮਾਨ ਤੂੰ ਚੁੱਕਣਾ ਜਲਦੀ ਚੁੱਕ ਲੈ ਤੇ ਜਲਦੀ ਹੀ ਚੱਲਦੇ ਹਾਂ।
ਫਿਰ ਕਰਮੋ ਤੇ ਕਰਮੋ ਦਾ ਭਰਾ ਦੋਵੇਂ ਮੋਟਰਸਾਈਕਲ ਉੱਤੇ ਸਿੱਧਾ ਥਾਣੇ ਵੱਲ ਨੂੰ ਹੋ ਪਏ, ਜਿੱਥੇ ਨੂਰ ਅਤੇ ਕਰਨ ਜੇਲ੍ਹ ਵਿੱਚ ਬੰਦ ਕੀਤੇ ਹੋਏ ਸੀ। ਉਧਰੋਂ ਨੂਰ ਦਾ ਮਾਮਾ ਉਸ ਥਾਣੇਦਾਰ ਨੂੰ ਫੋਨ ਕਰ ਰਿਹਾ ਸੀ, ਪਰ ਉਹ ਜ਼ਾਲਮ ਥਾਣੇਦਾਰ ਨੂਰ ਦੇ ਮਾਮਾ ਜੀ ਦਾ ਫੋਨ ਨਹੀਂ ਚੁੱਕ ਰਿਹਾ ਸੀ। ਥਾਣੇਦਾਰ ਤੇ ਉਸਦੇ 4-5 ਪੁਲਸੀਏ ਥਾਣੇ ਤੋਂ ਬਾਹਰ ਇੱਕ ਦਰਖਤ ਦੇ ਥੱਲੇ ਕੁਰਸੀਆਂ ਢਾ ਕੇ ਬੈਠੇ ਹੋਏ ਗੱਪਾਂ ਮਾਰ ਰਹੇ ਸੀ ਤੇ ਥਾਣੇਦਾਰ ਪੁਲਸੀਆਂ ਨੂੰ ਕਹਿ ਰਿਹਾ ਸੀ ਕਿ ਹੁਣ ਤਾਂ ਮੁੰਡਿਆਂ ਨੂੰ ਆਪਣੀ ਨਾਨੀ ਯਾਦ ਆ ਗਈ ਹੋਣੀ, ਜਿਸ ਤਰ੍ਹਾਂ ਦੀ ਮੁਰੰਮਤ ਕੱਲ ਮੈਂ ਉਹਨਾਂ ਦੋਵਾਂ ਦੀ ਕੀਤੀ। ਤੇ ਇੱਕ ਪੁਲਸੀਆ ਜਿਹੜਾ ਨੂਰ ਉਹਨਾਂ ਨੂੰ ਭੂਤਕਾਲ ਕੋਠੜੀ ਵਿੱਚੋਂ ਕੱਢ ਕੇ ਬਾਹਰ ਲਿਆਇਆ ਸੀ, ਉਹ ਥਾਣੇਦਾਰ ਦੀ ਗੱਲ ਉੱਤੇ ਨਹੀਂ ਹੱਸਿਆ। ਬਾਕੀ 3 ਪੁਲਸੀਏ ਜ਼ੋਰ-ਜ਼ੋਰ ਕੇ ਹੱਸ ਰਹੇ ਸੀ, ਪਰ ਉਸ ਤਰਸਵਾਨ ਪੁਲਸੀਏ ਦਾ ਇਹ ਸਾਰਾ ਦ੍ਰਿਸ਼ ਦੇਖ ਕੇ ਬੜਾ ਮਨ ਉਦਾਸ ਹੋ ਰਿਹਾ ਸੀ। ਉਹ ਪੁਲਸੀਆ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਕੋਈ ਤਾਂ ਨੂਰ ਅਤੇ ਕਰਨ ਦੀ ਆ ਕੇ ਉਹਨਾਂ ਦੀ ਖਬਰ ਤਾਂ ਲੈ ਲਵੇ, ਪਰ ਵਿਚਾਰਾ ਪੁਲਸੀਆ ਉਹਨਾਂ ਦੇ ਘਰ ਜਾਣ-ਬੁੱਝ ਕੇ ਫੋਨ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਉਸ ਨੂੰ ਥਾਣੇਦਾਰ ਤੋਂ ਬਹੁਤ ਡਰ ਲੱਗਦਾ ਸੀ। ਇੰਨੇ ਨੂੰ ਥਾਣੇਦਾਰ ਤੇ ਪੁਲਸੀਆ ਠਾਠਾਂ ਮਾਰਦਾ ਹੋਇਆ ਹਾਸਾ ਪਾ ਰਹੇ ਸੀ ਕਿ ਅਚਾਨਕ ਕਰਮੋ ਤੇ ਉਸਦੇ ਵੀਰ ਨੂੰ ਉਹਨਾਂ ਨੇ ਥਾਣੇ ਦੇ ਵਿੱਚ ਆਉਂਦੇ ਹੋਏ ਵੇਖ ਲਿਆ ਤੇ ਇਹ ਦ੍ਰਿਸ਼ ਵੇਖ ਕੇ ਉਹਨਾਂ ਦਾ ਹਾਸਾ ਇੱਕ ਚੁੱਪ ਵਿੱਚ ਬਦਲ ਗਿਆ ਤੇ ਥਾਣੇਦਾਰ ਪੁਲਸੀਆ ਨੂੰ ਪੁੱਛਣ ਲੱਗਾ, ਇਹ ਕੌਣ ਹਨ? ਤਾਂ ਉਦੋਂ ਪੁਲਸੀਏ ਨੂੰ ਵੀ ਕੁਝ ਨਹੀਂ ਪਤਾ ਸੀ ਕਿ ਇਹ ਕੌਣ ਹਨ। ਤਾਂ ਥਾਣੇਦਾਰ ਨੇ ਝੱਟ ਜਿਹੜੇ ਜੇਲ੍ਹ ਵਿੱਚ ਸਾਹਮਣੇ ਹੀ ਨੂਰ ਅਤੇ ਕਰਨ ਨੂੰ ਰੱਖਿਆ ਹੋਇਆ ਸੀ, ਪੁਲਸੀਏ ਨੂੰ ਕਹਿ ਕੇ ਉਸ ਜੇਲ੍ਹ ਵਿੱਚੋਂ ਕੱਢ ਕੇ ਕਿਸੇ ਹੋਰ ਗੁਪਤ ਜੇਲ੍ਹ ਵਿੱਚ ਉਹਨਾਂ ਨੂੰ ਭੇਜ ਦਿੱਤਾ। ਨੂਰ ਅਤੇ ਕਰਨ ਪੁਲਸੀਏ ਨੂੰ ਪੁੱਛ ਰਹੇ ਸੀ, ਬਈ ਯਾਰ ਤੁਸੀਂ ਦੱਸ ਤਾਂ ਦਿਓ, ਸਾਨੂੰ ਹੁਣ ਕਿੱਥੇ ਲਿਜਾ ਰਹੇ ਹੋ? ਸਾਡੇ ਤੋਂ ਕੀ ਕਸੂਰ ਹੋ ਗਿਆ? ਪੁਲਸੀਏ ਨੇ ਆਪਣੇ ਮੂੰਹ ਵਿੱਚ ਚੁੱਪ ਵੱਟ ਰੱਖੀ ਤੇ ਇਸ ਤਰ੍ਹਾਂ ਥਾਣੇਦਾਰ ਨੇ ਕਿਹਾ, ਉਹਨਾਂ ਨੇ ਉਸੇ ਤਰ੍ਹਾਂ ਹੀ ਕਰ ਦਿੱਤਾ। ਥਾਣੇਦਾਰ ਨੇ ਫਿਰ ਇੱਕ ਪੁਲਸੀਏ ਨੂੰ ਕਰਮੋ ਤੇ ਉਸਦੇ ਭਰਾ ਕੋਲ ਭੇਜਿਆ ਇਹ ਪੁੱਛਣ ਲਈ ਕਿ ਇਹ ਕੌਣ ਹਨ ਤੇ ਇੱਥੇ ਕੀ ਕਰਨ ਆਏ ਹਨ। ਜਦੋਂ ਪੁਲਸੀਏ ਨੇ ਜਾ ਕੇ ਪੁੱਛਿਆ ਤਾਂ ਅੱਗੋਂ ਕਰਮੋ ਨੇ ਕਿਹਾ ਕਿ ਅਸੀਂ ਨੂਰ ਅਤੇ ਕਰਨ ਬਾਰੇ ਪਤਾ ਕਰਨ ਆਏ ਹਾਂ ਤੇ ਨੂਰ ਮੇਰਾ ਪ੍ਰਾਹੁਣਾ ਲੱਗਦਾ। ਜਦੋਂ ਕਰਮੋ ਦੇ ਮੂੰਹੋਂ ਇਹ ਗੱਲ ਪੁਲਸੀਏ ਨੇ ਸੁਣੀ ਤਾਂ ਉਹ ਚਿੰਤਾ ਵਿੱਚ ਪੈ ਗਿਆ, ਕਿਉਂਕਿ ਥਾਣੇਦਾਰ ਨੇ ਨੂਰ ਦਾ ਕੁੱਟ-ਕੁੱਟ ਕੇ ਬਹੁਤ ਬੁਰਾ ਹਾਲ ਕਰ ਦਿੱਤਾ ਸੀ ਤੇ ਕਰਨ ਦੇ ਵੀ ਬਹੁਤ ਸੱਟਾਂ ਵੱਜੀਆਂ ਸਨ। ਤੇ ਪੁਲਸੀਆ ਕਰਮੋ ਨੂੰ ਕਹਿਣ ਲੱਗਾ, ਤੁਸੀਂ ਕੁਝ ਦੇਰ ਉੱਥੇ ਹੀ ਇੰਤਜ਼ਾਰ ਕਰੋ, ਮੈਂ ਥਾਣੇਦਾਰ ਸਾਹਿਬ ਨੂੰ ਪੁੱਛ ਕੇ ਆਉਂਦਾ ਹਾਂ। ਪੁਲਸੀਆ ਓਨੀ ਪੈਰੀ ਪਿੱਛੇ ਮੁੜ ਗਿਆ ਤੇ ਸਿੱਧਾ ਜਾ ਕੇ ਥਾਣੇਦਾਰ ਕੋਲ ਆਇਆ ਤੇ ਕਹਿਣ ਲੱਗਾ, ਸਾਹਿਬ ਜੀ ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਥਾਣੇਦਾਰ ਕਹਿਣ ਲੱਗਾ, ਉਹ ਬਕਵਾਸ ਬੰਦ ਕਰ, ਸਿੱਧੇ ਮੂੰਹ ਨਾਲ ਦੱਸ ਕੌਣ ਹਨ ਉਹ? ਪੁਲਸੀਆ ਕਹਿਣ ਲੱਗਾ, ਸਾਹਿਬ ਜੀ ਉਹ ਔਰਤ ਉਸੇ ਦੀ ਹੀ ਪਤਨੀ ਹੈ ਜਿਸ ਨੂੰ ਤੁਸੀਂ ਕੱਲ ਕੁੱਟ-ਕੁੱਟ ਕੇ ਬੇਹਾਲ ਕਰ ਦਿੱਤਾ ਸੀ। ਓਏ ਤੂੰ ਨੂਰ ਦੀ ਤਾਂ ਨਹੀਂ ਗੱਲ ਕਰ ਰਿਹਾ? ਹਾਂ ਜੀ ਸਾਹਿਬ ਜੀ, ਮੈਂ ਉਸੇ ਦੀ ਗੱਲ ਕਰ ਰਿਹਾ। ਹੁਣ ਤੁਸੀਂ ਜਲਦੀ ਦੱਸੋ ਕਰਨਾ ਕੀ ਆ? ਥਾਣੇਦਾਰ ਸੋਚਾਂ ਵਿੱਚ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ, ਕਿਉਂਕਿ ਜੇਕਰ ਕਰਮੋ ਨੇ ਨੂਰ ਦਾ ਹਾਲ ਆਪਣੀਆਂ ਅੱਖਾਂ ਨਾਲ ਵੇਖ ਲਿਆ ਤਾਂ ਸਿਆਪਾ ਪੈ ਜੂ। ਫਿਰ ਥਾਣੇਦਾਰ ਆਪਣੇ ਦਫ਼ਤਰ ਵਿੱਚ ਜਾ ਕੇ ਬੈਠ ਗਿਆ ਤੇ ਕਰਮੋ ਨੂੰ ਸੱਦਾ ਭੇਜ ਦਿੱਤਾ ਕਿ ਉਹ ਉੱਥੇ ਆ ਜਾਵੇ ਉਸ ਨਾਲ ਗੱਲਬਾਤ ਕਰਨ ਲਈ ਨੂਰ ਬਾਰੇ। ਕਰਮੋ ਆਸੇ-ਪਾਸੇ ਵੇਖਦੀ ਆ ਰਹੀ ਸੀ ਕਿ ਕਿਤੇ ਨੂਰ ਦਿਸ ਪਵੇ ਤਾਂ ਕਰਮੋ ਨੇ ਵੇਖਿਆ ਕਿ ਕਈ ਜੇਲ੍ਹਾਂ ਵਿੱਚ ਕੈਦੀ ਬੰਦ ਪਏ ਨੇ ਤੇ ਉਹਨਾਂ ਦੀ ਹਾਲਤ ਵੀ ਬੁਰੀ ਕੀਤੀ ਹੋਈ ਸੀ। ਇੰਜ ਲੱਗ ਰਿਹਾ ਸੀ ਕਿ ਉਹ ਜੇਲ੍ਹ ਨਹੀਂ ਮਨੋ ਕਿ ਇੱਕ ਨਰਕ ਹੋਵੇ। ਜਿਉਂ-ਜਿਉਂ ਕਰਮੋ ਆਪਣੇ ਭਰਾ ਨਾਲ ਥਾਣੇਦਾਰ ਦੇ ਦਫ਼ਤਰ ਵੱਲ ਵੱਧ ਰਹੀ ਸੀ, ਤਿਉਂ-ਤਿਉਂ ਕਰਮੋ ਨੂੰ ਨੂਰ ਨੂੰ ਵੇਖਣ ਦੀ ਚਾਹਤ ਵੱਧਦੀ ਜਾ ਰਹੀ ਸੀ। ਅਚਾਨਕ ਹੀ ਕਰਨ ਨੇ ਜੇਲ੍ਹ ਵਿੱਚੋਂ ਖਿੱਚ ਕੇ ਆਵਾਜ਼ ਮਾਰੀ ਤੇ ਗੁੱਸੇ ਵਿੱਚ ਕਿਹਾ, ਉਹ ਸਾਨੂੰ ਬਾਹਰ ਕੱਢੋ, ਸਾਡਾ ਇੱਥੇ ਦਮ ਘੁੱਟਿਆ ਜਾ ਰਿਹਾ ਹੈ। ਜਦੋਂ ਇਹ ਆਵਾਜ਼ ਕਰਮੋ ਦੇ ਕੰਨੀ ਪੈ ਜਾਂਦੀ ਹੈ ਤਾਂ ਕਰਮੋ ਆਪਣੇ ਭਰਾ ਦੀ ਬਾਂਹ ਫੜ ਕੇ ਕਹਿੰਦੀ ਹੈ, ਤੇ ਵੀਰਿਆ ਮੈਨੂੰ ਇਹ ਆਵਾਜ਼ ਨੂਰ ਦੇ ਦੋਸਤ ਕਰਨ ਦੀ ਲੱਗ ਰਹੀ ਆ। ਮੈਨੂੰ ਲੱਗ ਰਿਹਾ ਹੈ ਉਸ ਦੀ ਆਵਾਜ਼ ਸਾਡੀ ਸੱਜਿਓਂ ਆਈ ਹੈ। ਸੱਜੇ ਪਾਸੇ ਨੂੰ ਇੱਕ ਰਾਹ ਜਾਂਦਾ ਹੈ ਤੇ ਉਹ ਰਾਹ ਇੱਕ ਖੁਫੀਆ ਜੇਲ੍ਹ ਦਾ ਰਾਹ ਸੀ। ਕਰਮੋ ਤੇ ਉਸ ਦਾ ਭਰਾ ਉਸ ਰਾਹ ਵੱਲ ਨੂੰ ਹੋ ਜਾਂਦੇ ਹਨ ਤੇ ਤੇਜ਼ੀ ਨਾਲ ਤੁਰਦੇ ਹੋਏ ਉਹ ਉਸ ਜੇਲ੍ਹ ਤੱਕ ਪਹੁੰਚ ਜਾਂਦੇ ਹਨ ਜਿੱਥੇ ਨੂਰ ਅਤੇ ਕਰਨ ਨੂੰ ਕੈਦ ਕਰਕੇ ਕੁੱਤਿਆਂ ਵਾਲਾ ਸਲੂਕ ਕੀਤਾ ਜਾ ਰਿਹਾ ਸੀ। ਜਦੋਂ ਕਰਮੋ ਨੂਰ ਨੂੰ ਆਪਣੀਆਂ ਅੱਖਾਂ ਨਾਲ ਵੇਖਦੀ ਆ ਤਾਂ ਉਸ ਦਾ ਕਲੇਜਾ ਬਾਹਰ ਨਿਕਲਣ ਵਰਗਾ ਹੋ ਜਾਂਦਾ ਹੈ, ਕਿਉਂਕਿ ਉਸ ਤੋਂ ਨੂਰ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ।
ਨੂਰ ਦੇ ਸਿਰ ਉੱਤੇ ਕਰਨ ਨੇ ਉਸ ਦੀ ਪੱਗ ਦਾ ਕੱਪੜਾ ਪਾੜ ਕੇ ਬੰਨ੍ਹਿਆ ਹੋਇਆ ਸੀ। ਨੂਰ ਦੀਆਂ ਲੱਤਾਂ ਉੱਤੇ ਕਾਫੀ ਝਰੀਟਾਂ ਵੱਜ ਚੁੱਕੀਆਂ ਸਨ ਅਤੇ ਲੱਤਾਂ ਸੋਚ ਨਾਲ ਵੱਡੀਆਂ ਹੋ ਚੁੱਕੀਆਂ ਸਨ। ਜਦੋਂ ਕਰਮੋ ਨੇ ਨੂਰ ਨੂੰ ਵੇਖਿਆ ਤਾਂ ਉਸ ਦੇ ਮੂੰਹੋਂ ਨਿਕਲਿਆ, ਉਹ ਰੋਂਦੇ ਰੋਂਦੇ ਹੋਏ ਕਰਮੋ ਕਹਿ ਰਹੀ ਸੀ, ਹਾਏ ਓਏ ਰੱਬਾ, ਆ ਕੀ ਹਾਲ ਬਣਾ ਦਿੱਤਾ ਨੂਰ ਦਾ। ਹਾਏ ਓਏ ਮੇਰੇ ਸਿਰ ਦੇ ਸਾਈਂ, ਤੇਰਾ ਕਿੰਨਾ ਬੁਰਾ ਹਾਲ ਕਰ ਦਿੱਤਾ। ਮੈਨੂੰ ਨਹੀਂ ਪਤਾ ਸੀ ਤੂੰ ਥਾਣੇ ਵਿੱਚ ਆ ਗਿਆ ਸੀ ਮੇਰੇ ਪਿੱਛੋਂ। ਜੇ ਮੈਨੂੰ ਪਤਾ ਹੁੰਦਾ ਕਿ ਤੇਰਾ ਆਹ ਹਾਲ ਉਰੇ ਕਰ ਦੇਣਾ ਤਾਂ ਮੈਂ ਤੈਨੂੰ ਕਦੇ ਵੀ ਥਾਣੇ ਵਿੱਚ ਨਾ ਆਉਣ ਦਿੰਦੀ। ਨੂਰ ਮੈਨੂੰ ਦੱਸ, ਤੇਰਾ ਆਹ ਹਾਲ ਕੀਤਾ ਕਿਸ ਨੇ? ਕਰਮੋ ਪੂਰੇ ਗੁੱਸੇ ਵਿੱਚ ਬੋਲ ਰਹੀ ਸੀ ਤੇ ਨਾਲ ਨਾਲ ਰੋਈ ਵੀ ਜਾ ਰਹੀ ਸੀ। ਮੈਂ ਉਸਦਾ ਖੂਨ ਪੀ ਜਾਊਂ। ਨੂਰ ਮੈਨੂੰ ਦੱਸ ਤਾਂ ਸਹੀ, ਇਹ ਕੀਤਾ ਕਿਸ ਨੇ ਹੈ? ਨੂਰ ਜ਼ਿਆਦਾ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸੀ, ਇਸ ਲਈ ਨੂਰ ਨੇ ਕਹਿ ਦਿੱਤਾ ਕਿ ਛੱਡੋ ਬਸ, ਹੁਣ ਕੀ ਲੈਣਾ। ਪਰ ਕਰਨ ਨੇ ਕਰਮੋ ਦੇ ਭਰਾ ਤੇ ਕਰਮੋ ਨੂੰ ਸਾਰੀ ਗੱਲ ਦੱਸ ਦਿੱਤੀ। ਥਾਣੇਦਾਰ ਨੇ ਕਿੰਨੀ ਬੇਰਹਿਮੀ ਦੇ ਨਾਲ ਨੂਰ ਨੂੰ ਕੁੱਟਿਆ, ਉਸ ਦੀ ਹੱਡੀ ਪਸਲੀ ਇੱਕ ਕਰ ਦਿੱਤੀ। ਜਦੋਂ ਸਾਰੀ ਗੱਲ ਕਰਮੋ ਦੇ ਭਰਾ ਨੇ ਸੁਣ ਲਈ, ਉਸ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਆ ਗਿਆ ਤੇ ਜਲਦੀ ਜਲਦੀ ਕਰਮੋ ਦੇ ਭਰਾ ਨੇ ਆਪਣੇ ਫੋਨ ਵਿੱਚ ਨੂਰ ਤੇ ਕਰਨ ਦੇ ਜੋ ਹਾਲਾਤ ਉਸ ਜੇਲ੍ਹ ਵਿੱਚ ਕੀਤੇ ਹੋਏ ਸੀ, ਉਸ ਦੀ ਸਾਰੀ ਫੋਟੋਆਂ ਉਤਾਰ ਲਈ ਤਾਂ ਕਿ ਥਾਣੇਦਾਰ ਬਾਅਦ ਵਿੱਚ ਮੁੱਕਰ ਨਾ ਜਾਵੇ ਜੋ ਸਲੂਕ ਕਰਨ ਤੇ ਨੂਰ ਨਾਲ ਜੇਲ੍ਹ ਵਿੱਚ ਕੀਤਾ ਗਿਆ ਹੈ। ਜਦੋਂ ਪੁਲਿਸੀਏ ਨੇ ਵੇਖਿਆ ਕਰਮੋ ਤੇ ਉਸ ਦਾ ਭਰਾ ਤਾਂ ਸਿੱਧਾ ਦਫ਼ਤਰ ਵੱਲ ਜਾ ਰਹੇ ਸੀ, ਫਿਰ ਰਸਤੇ ਵਿੱਚੋਂ ਆਉਂਦੇ ਆਉਂਦੇ ਕਿੱਥੇ ਚਲੇ ਗਏ। ਉਹਨਾਂ ਵਿੱਚੋਂ ਇੱਕ ਪੁਲਿਸੀਏ ਨੇ ਕਿਹਾ, ਬਈ ਜਿਸ ਦਾ ਡਰ ਸੀ ਉਹੀ ਹੋਇਆ। ਦੂਜੇ ਪੁਲਿਸੀਏ ਨੇ ਪੁੱਛਿਆ, ਕੀ ਗੱਲ? ਉਹ ਕਹਿਣ ਲੱਗਾ, ਬਈ ਉਹ ਤਾਂ ਉੱਥੇ ਹੀ ਚਲੇ ਗਏ ਜਿੱਥੇ ਨੂਰ ਅਤੇ ਕਰਨ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਬਈ ਆਪਾਂ ਨੇ ਬਹੁਤ ਵੱਡੀ ਗਲਤੀ ਕਰ ਲਈ, ਉਹਨਾਂ ਨੂੰ ਇਕੱਲੇ ਜਾਣ ਦਿੱਤਾ। ਹੁਣ ਸਾਡੀ ਖੈਰ ਨਹੀਂ, ਥਾਣੇਦਾਰ ਸਾਡੀ ਵੀ ਰੇਲ ਬਣਾਊਗਾ। ਜਲਦੀ ਕਰ, ਉਹਨਾਂ ਨੂੰ ਉੱਥੇ ਹੀ ਜਾ ਕੇ ਲੱਭਦੇ ਆਂ, ਪੱਕਾ ਉਹ ਉੱਥੇ ਹੀ ਮਿਲਣਗੇ। 3 ਪੁਲਿਸ ਉੱਥੇ ਭੱਜੇ ਗਏ ਤੇ ਉਹਨਾਂ ਵੇਖਿਆ ਕਿ ਨੂਰ ਤੇ ਕਰਨ ਸਾਰੀ ਗੱਲਬਾਤ ਕਰਮੋ ਤੇ ਉਸਦੇ ਭਰਾ ਨੂੰ ਦੱਸ ਰਹੇ ਨੇ। ਕਰਮੋ ਜੇਲ੍ਹ ਦੇ ਸਰੀਆਂ ਵਿੱਚੋਂ ਹੱਥ ਪਾ ਕੇ ਨੂਰ ਨੂੰ ਜੱਫੀ ਪਾਈ ਹੋਈ ਬੈਠੀ ਸੀ। ਨੂਰ ਦੇ ਵਾਲ ਖੁੱਲੇ ਸੀ ਤੇ ਬੁਰਾ ਹਾਲ ਸੀ ਸਾਰੇ ਕੱਪੜਿਆਂ ਦਾ। ਉਹ ਦ੍ਰਿਸ਼ ਨਾ ਵੇਖਣ ਯੋਗ ਸੀ ਤੇ ਕਰਮੋ ਨੂਰ ਦੇ ਵਾਲਾਂ ਵਿੱਚ ਪੋਲਾ ਹੱਥ ਫੇਰ ਰਹੀ ਸੀ। ਉਸ ਦੇ ਥੋੜੇ ਹੰਝੂਆਂ ਨੂੰ ਆਪਣੇ ਹੱਥਾਂ ਨਾਲ ਪੂੰਝ ਰਹੀ ਸੀ ਤੇ ਆਪਣੀ ਚੁੰਨੀ ਨਾਲ ਨੂਰ ਦਾ ਮੁਖ ਸਾਫ਼ ਕਰ ਰਹੀ ਸੀ ਤੇ ਇੱਕ ਹੱਥ ਨੂਰ ਦੇ ਹੱਥ ਵਿੱਚ ਪਾ ਕੇ ਫਿਰ ਉਸ ਨੂੰ ਹੌਸਲਾ ਦੇ ਰਹੀ ਸੀ ਤੇ ਆਖ ਰਹੀ ਸੀ, ਤੂੰ ਫਿਕਰ ਨਾ ਕਰ ਨੂਰ, ਤੈਨੂੰ ਮੈਂ ਇੱਥੋਂ ਜ਼ਰੂਰ ਲੈ ਕੇ ਜਾਊਂ। ਪੁਲਿਸੇ ਵੇਖਣ ਸਾਰ ਕਰਮੋ ਨੂੰ ਬਾਂਹ ਤੋਂ ਫੜ ਕੇ ਨੂਰ ਤੋਂ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਹੀ ਹਨ ਤਾਂ ਕਰਮ ਉਸ ਦਾ ਭਰਾ ਉਸ ਪੁਲਿਸੀਏ ਨੂੰ ਫੜ ਕੇ ਵਗਾ ਕੇ ਮਾਰਦਾ ਹੈ ਤੇ ਕਹਿੰਦਾ ਹੈ, ਸ਼ਰਮ ਕਰੋ, ਕੁਝ ਸ਼ਰਮ। ਇੱਕ ਔਰਤ ਨੂੰ ਇਸ ਤਰ੍ਹਾਂ ਫੜ ਕੇ ਪਿੱਛੇ ਘੜੀਸ ਰਹੇ ਹੋ। ਆਹ ਹਾਲ ਨੂਰ ਦਾ ਵੇਖੋ ਜੋ ਤੁਸੀਂ ਕੀਤਾ ਹੋਇਆ ਹੈ। ਪੁਲਿਸੀਏ ਇੱਕਦਮ ਸੁੰਨ ਜਿਹੇ ਹੋ ਕੇ ਪਿੱਛੇ ਖੜ ਜਾਂਦੇ ਹਨ। ਕਰਮੋ ਦੇ ਭਰਾ ਦੀਆਂ ਗੱਲਾਂ ਧਿਆਨ ਨਾਲ ਤੇ ਡਰ ਦੇ ਮਾਰੇ ਸੁਣਨਾ ਸ਼ੁਰੂ ਕਰ ਦਿੰਦੇ ਹਨ। ਕਰਮੋ ਦੇ ਭਰਾ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਹੈ ਇਹਨਾਂ ਨੂੰ ਛੱਡ ਦੇਵੋ, ਨਹੀਂ ਤਾਂ ਮੈਂ ਖੁਦ ਛਡਵਾਉਣਾ ਚੰਗੀ ਤਰ੍ਹਾਂ ਜਾਣਦਾ ਹਾਂ। ਇੱਕ ਪੁਲਿਸੀਆ ਬੋਲਿਆ, ਬਈ ਗੱਲ ਸੁਣ, ਜੋ ਸਾਨੂੰ ਹੁਕਮ ਹੁੰਦਾ ਹੈ ਅਸੀਂ ਤਾਂ ਉਹੀ ਕਰਦੇ ਹਾਂ। ਤੇ ਜਿਸ ਪੁਲਿਸੀਏ ਨੇ ਨੂਰ ਅਤੇ ਕਰਨ ਨੂੰ ਕਾਲ ਕੋਠੜੀ ਵਿੱਚੋਂ ਬਾਹਰ ਕੱਢਿਆ ਸੀ ਉਹ ਬੋਲਿਆ, ਬਾਈ ਜੀ ਗੱਲ ਇਸ ਤਰ੍ਹਾਂ ਹੈ, ਜਿਸ ਨੇ ਵੀ ਇਹ ਹਾਲ ਕੀਤਾ ਹੈ ਉਹ ਕੋਈ ਹੋਰ ਹੈ। ਤੁਸੀਂ ਸਾਡੇ ਨਾਲ ਬਹਿਸ ਨਾ ਕਰੋ, ਤੁਸੀਂ ਸਿੱਧਾ ਜਾ ਕੇ ਥਾਣੇਦਾਰ ਨਾਲ ਦਫ਼ਤਰ ਵਿੱਚ ਗੱਲ ਕਰ ਸਕਦੇ ਹੋ। ਜੇਕਰ ਤੁਸੀਂ ਇਹਨਾਂ ਨੂੰ ਸੱਚਮੁੱਚ ਹੀ ਛਡਵਾਉਣਾ ਹੈ। ਫਿਰ ਕਰਮੋ ਤੇ ਉਸ ਦਾ ਭਰਾ ਨੂਰ ਨੂੰ ਇਹ ਕਹਿ ਕੇ ਥਾਣੇਦਾਰ ਦੇ ਦਫ਼ਤਰ ਵੱਲ ਨੂੰ ਹੋ ਗਏ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਕੁਝ ਨਾ ਕੁਝ ਜ਼ਰੂਰ ਕਰਦੇ ਹਾਂ ਹੁਣ ਜਲਦੀ ਹੀ। ਤੇ ਕਰਮੋ ਦੀਆਂ ਅੱਖਾਂ ਵਿੱਚ ਪਾਣੀ ਸੀ ਜਦ ਉਹ ਨੂਰ ਨੂੰ ਇਹ ਕਹਿ ਕੇ ਵਾਰ-ਵਾਰ ਪਿੱਛੇ ਮੁੜ ਕੇ ਜਾਂਦੇ ਹੋਏ ਵੇਖਦੀ ਜਾ ਰਹੀ ਸੀ। ਜਦੋਂ ਕਰਮੋ ਤੇ ਉਸ ਦਾ ਭਰਾ ਥਾਣੇਦਾਰ ਦੇ ਦਫ਼ਤਰ ਦੇ ਨੇੜੇ ਪਹੁੰਚਣ ਹੀ ਲੱਗੇ ਸੀ ਤਾਂ ਥਾਣੇਦਾਰ ਦਰਵਾਜ਼ੇ ਤੋਂ ਬਾਹਰ ਨਿਕਲਿਆ ਤੇ ਉਸਨੇ ਸਾਹਮਣੇ ਉਹਨਾਂ ਨੂੰ ਆਉਂਦੇ ਹੋਏ ਵੇਖਿਆ ਤਾਂ ਉਹ ਝੱਟ ਦਫ਼ਤਰ ਦੇ ਅੰਦਰ ਫਿਰ ਦੁਬਾਰਾ ਵੜ ਗਿਆ ਤੇ ਆਪਣੀ ਕੁਰਸੀ ਉੱਤੇ ਬੈਠ ਕੇ ਮੁੱਛਾਂ ਨੂੰ ਵੱਟ ਦੇਣਾ ਸ਼ੁਰੂ ਕਰ ਦਿੱਤਾ। ਵੱਟ ਤਾਂ ਇਸ ਤਰ੍ਹਾਂ ਦੇ ਰਿਹਾ ਸੀ, ਪਤਾ ਨਹੀਂ ਕਿਹੜਾ ਮਹਾਨ ਕੰਮ ਕਰ ਦਿੱਤਾ ਹੋਵੇ। ਜਿਹੜੇ ਪੁਲਿਸੀਏ ਨੇ ਨੂਰ ਤੇ ਕਰਨ ਨੂੰ ਕਾਲ ਕੋਠੜੀ ਵਿੱਚੋਂ ਬਾਹਰ ਕੱਢਿਆ ਸੀ, ਉਹ ਜਾਂਦਾ ਜਾਂਦਾ ਕਰਮੋ ਦੇ ਭਰਾ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਬਈ ਜਿੰਨਾ ਜਲਦੀ ਹੋ ਸਕੇ ਤੁਸੀਂ ਇਹਨਾਂ ਨੂੰ ਇੱਥੋਂ ਬਾਹਰ ਕੱਢ ਲਵੋ। ਤੇ ਇਹ ਥਾਣੇਦਾਰ ਬਹੁਤ ਜ਼ਾਲਮ ਬੰਦਾ ਹੈ, ਤੁਸੀਂ ਤਾਂ ਕੀ ਮੈਂ ਖੁਦ ਵੀ ਇਸ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ।
ਇਹ ਬੋਲ ਉਸ ਪੁਲਸੀਏ ਦੇ ਸੀ ਜਿਸ ਨੇ ਉਹ ਦਰਦਨਾਕ ਦ੍ਰਿਸ਼ ਵੇਖਿਆ ਸੀ ਜਦੋਂ ਨੂਰ ਦਾ ਥਾਣੇਦਾਰ ਨੇ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਸੀ। ਜਦੋਂ ਕਰਮੋ ਤੇ ਉਸ ਦਾ ਭਰਾ ਥਾਣੇਦਾਰ ਦੇ ਦਫ਼ਤਰ ਦੇ ਅੰਦਰ ਵੜੇ ਤਾਂ ਥਾਣੇਦਾਰ ਉਹਨਾਂ ਵੱਲ ਅਣਦੇਖੀ ਜਿਹੀ ਕਰਕੇ ਆਪਣੇ ਅੱਗੇ ਪਏ ਮੇਜ਼ ਉੱਤੇ ਆਪਣੇ ਦੋਵੇਂ ਪੈਰ ਰੱਖ ਕੇ ਡੰਡੇ ਨੂੰ ਹੱਥ ਵਿੱਚ ਹਲਕਾ-ਹਲਕਾ ਮਾਰਦੇ ਹੋਏ ਕੁਰਸੀ ਉੱਤੇ ਝੂਟ ਰਿਹਾ ਸੀ। ਪਹਿਲਾਂ ਤਾਂ ਕਰਮੋ ਦਾ ਭਰਾ ਚੁੱਪ ਹੀ ਰਿਹਾ। ਵੇਖਦਾ ਹਾਂ ਕਿ ਥਾਣੇਦਾਰ ਆਪਣੇ ਮੂੰਹ ਵਿੱਚੋਂ ਕੀ ਬਕਵਾਸ ਕਰਦਾ ਹੈ। ਕਰਮੋ ਤੇ ਉਸਦੇ ਭਰਾ ਨੂੰ ਤਾਂ ਉਸ ਨੂੰ ਵੇਖ ਕੇ ਹੀ ਖਿੱਚ ਹੀ ਚੜ੍ਹ ਗਈ। ਕਿਸ ਤਰ੍ਹਾਂ ਲੱਤਾਂ ਨੂੰ ਰੱਖੀ ਬੈਠਾ ਹੈ, ਇਸ ਨੂੰ ਇਹ ਵੀ ਖਿਆਲ ਨਹੀਂ ਕਿ ਕਿਸ ਦੇ ਆਉਣ ਤੇ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ। ਪੁਲਸੀਏ ਨੇ ਥਾਣੇਦਾਰ ਨੂੰ ਕਿਹਾ, ਸਾਹਿਬ ਜੀ ਆ ਚੁੱਕੇ ਹਨ। ਥਾਣੇਦਾਰ ਨੇ ਮਜ਼ਾਕੀਏ ਲਹਿਜੇ ਵਿੱਚ ਕਹਿਣ ਲੱਗਾ, ਆਓ ਜੀ ਬੈਠੋ ਜੀ। ਥਾਣੇਦਾਰ ਪੁਲਸੀਏ ਨੂੰ ਉੱਪਰਲੇ ਮਨੋਂ ਕਹਿਣ ਲੱਗਾ, ਜਾ ਓਏ 2 ਗਲਾਸ ਪਾਣੀ ਦੇ ਲੈ ਆ, ਨਾਲੇ ਆਉਂਦਾ ਹੋਇਆ ਚਾਹ ਨੂੰ ਵੀ ਕਹਿ ਆਈ। ਕਰਮੋ ਤੋਂ ਰਿਹਾ ਨਾ ਗਿਆ ਤੇ ਝੱਟ ਬੋਲੀ, ਅਸੀਂ ਤੁਹਾਡੇ ਇੱਥੇ ਚਾਹ ਪੀਣ ਨਹੀਂ ਆਏ। ਤੁਸੀਂ ਕਿੰਨੀ ਬੇਰਹਿਮੀ ਨਾਲ ਮੇਰੇ ਪਤੀ ਨੂਰ ਨੂੰ ਕੁੱਟਿਆ ਹੈ। ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਈ? ਤੁਹਾਨੂੰ ਬਿਲਕੁਲ ਦਇਆ ਨਹੀਂ ਆਈ? ਤੁਹਾਨੂੰ ਉਸਦੇ ਰੋਣ ਤੇ ਚੀਕਣ ਦੀਆਂ ਆਵਾਜ਼ਾਂ ਨੇ ਅੰਦਰੋਂ ਝੰਜੋੜ ਕੇ ਨਹੀਂ ਰੱਖਿਆ? ਅੱਗੋਂ ਥਾਣੇਦਾਰ ਦੀ ਗਰਜਵੀ ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ ਜੀ। ਪੂਰਾ ਨਾਵਲ ਸੁਣਨ ਦੇ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦਾ ਨਾਵਲ ਤੁਹਾਨੂੰ ਕਿਵੇਂ ਲੱਗਿਆ। ਧੰਨਵਾਦ ਜੀ।